ਹਾਂਜੀ ਸਰ, ਸਕਰੀਨ ਦੀ ਆਪਸ਼ਨ ਅਲਾਉ ਕੀਤੀ ਹੋਈ ਆ। ਠੀਕ ਹੈ ਜੀ। ਹਾਂਜੀ ਹਾਂਜੀ ਜੇ ਮੈਂ ਗੱਲ ਕਰ ਰਿਹਾ ਸੀ ਕਿ ਹੋਰ ਕਿਹੜੇ ਆਰਗਨਸ ਹੈਗੇ ਆ ਜਿਹੜੇ ਕਿ ਰੋਮੇਟੋਇਡ ਆਰਥਰਾਈਟਿਸ ਦੇ ਨਾਲ ਅਫੈਕਟ ਹੁੰਦੇ ਹੈਗੇ ਆ। ਇਹ 40% ਲੋਕਾਂ ਦੇ ਵਿੱਚ ਰੋਮੇਟੋਇਡ ਆਰਥਰਾਈਟਿਸ ਜਿਹੜਾ ਹੈ ਉਹ ਸਾਈਨਸ ਐਂਡ ਸਿੰਪਟਮ ਐਕਸਪੀਰੀਅੰਸ ਕਰਦੇ ਆ, ਪਰ ਇਹਨਾਂ ਦੇ ਹੋਰ ਜਿਹੜੀਆਂ ਟਿਸ਼ੂਜ਼ ਹੈਗੇ ਆ, ਬੋਡੀ ਦੇ ਸਿਸਟਮਸ ਹੈਗੇ ਆ, ਉਹ ਇਨਵੋਲਵ ਨਹੀਂ ਹੁੰਦੇ। ਜਿਹੜੇ ਅਫੈਕਟ ਹੁੰਦੇ ਆ ਉਹਨਾਂ ਦੇ ਵਿੱਚ ਸਕਿਨ ਹੈ, ਕਈਆਂ ਦੇ ਸਕਿਨ ਨਾਲ ਇਨਵੋਲਵ ਹੋ ਜਾਂਦੀ ਜੋੜਾਂ ਦੇ, ਕਈਆਂ ਦੇ ਆਈਜ਼ ਜਿਹੜੀਆਂ ਅੱਖਾਂ ਹੈ ਉਹ ਇਨਵੋਲਵ ਹੋ ਜਾਂਦੀਆਂ, ਲੰਗਸ ਫੇਫੜੇ ਹੋ ਜਾਂਦੇ ਆ, ਹਾਰਟ ਦਿਲ ਹੋ ਜਾਂਦਾ, ਕਿਡਨੀ ਗੁਰਦੇ ਹੋ ਜਾਂਦੇ ਆ, ਸਲਿਵਰੀ ਗਲੈਂਡਸ ਜਿਹੜੀਆਂ ਸਾਡੀਆਂ ਥੁੱਕ ਵਾਲੀਆਂ ਗਲੈਂਡਸ ਹੈਗੀਆਂ ਆ ਉਹ ਹੋ ਜਾਂਦੀਆਂ, ਨਰਵ ਟਿਸ਼ੂ ਜਿਹੜਾ ਹੈਗਾ ਆ, ਨਰਵ ਜਿਹੜੀਆਂ ਸਾਡੀਆਂ ਨਾੜੀਆਂ ਹੈਗੀਆਂ ਆ ਉਹ ਹੋ ਜਾਂਦੀਆਂ, ਬੋਨ ਮੈਰੋ ਜਿਹੜਾ ਹੈ, ਬੋਨ ਇੱਕ ਤਾਂ ਬੋਨ ਦੀ ਹੱਡੀ ਹੈਗੇ, ਇੱਕ ਬੋਨ ਮੈਰੋ ਹੈ ਜਿਹੜੀ ਉਹਦੇ ਵਿੱਚ ਖਲਾਅ ਹੈ ਜਿੱਥੇ ਸਾਡੇ ਸੈੱਲ ਬਣਦੇ ਹੈਗੇ ਆ, ਉਹ ਵੀ ਇਨਵੋਲਵ ਹੋ ਜਾਂਦੀ ਹੈਗੀ ਆ। ਉਹਦੇ ਨਾਲ ਸਾਨੂੰ ਬਹੁਤ ਸਾਰੇ ਸੈੱਲਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈਗੀ ਆ। ਬਲੱਡ ਵੈਸਲ ਜਿਹੜੀਆਂ ਖੂਨ ਦੀਆਂ ਨਾੜੀਆਂ ਹੈ, ਧਮਨੀਆਂ ਹੈ, ਉਹਨਾਂ ਦੇ ਵਿੱਚ ਵੀ ਇਹਦਾ ਇਫੈਕਟ ਹੁੰਦਾ ਹੈਗਾ ਆ। ਰੂਮੇਟੋਇਡ ਆਰਥਰਾਈਟਿਸ ਜਿਹੜਾ ਗਠੀਆ ਹੈ, ਇਹਦੇ ਜਿਹੜੇ ਸਾਈਨਸ ਤੇ ਸਿੰਪਟਮਸ ਹੈਗੇ ਆ ਉਹ ਵੇਰੀ ਕਰਦੇ ਆ। ਕਈਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਤੇ ਉਹ ਆ ਜਾਂਦੇ ਆ ਤੇ ਚਲੇ ਜਾਂਦੇ ਆ, ਜਿਨ੍ਹਾਂ ਨੂੰ ਅਸੀਂ ਫਲੇਅਰਸ ਐਂਡ ਰਿਮਿਸ਼ਨਸ ਕਹਿੰਦੇ ਹੈਗੇ ਆ। ਜਿਹੜੇ ਜਦੋਂ ਪੀਰੀਅਡਸ ਆਫ ਇਨਕਰੀਜ਼ਡ ਐਕਟੀਵਿਟੀ ਹੁੰਦੀ, ਜਦੋਂ ਜ਼ਿਆਦਾ ਇਹ ਦਰਦ ਵਗੈਰਾ ਕਰਦੇ ਹੈਗੇ ਆ, ਉਹਨੂੰ ਅਸੀਂ ਫਲੇਅਰਸ ਕਹਿੰਦੇ ਆ ਕਿ ਹੁਣ ਫਲੇਅਰਸ ਹੋ ਗਈਆਂ ਹੈਗੀਆਂ, ਐਕਟੀਵਿਟੀ ਜ਼ਿਆਦਾ ਹੋ ਗਈ ਹੈਗੀ ਆ। ਉਹ ਤੋਂ ਬਾਅਦ ਫਿਰ ਆ ਕੇ ਰਿਲੇਟਿਵ ਰਿਮਿਸ਼ਨ ਹੋ ਜਾਂਦੀ ਆ, ਦਰਦ ਵਗੈਰਾ ਘਟ ਜਾਂਦਾ ਹੈ, ਸਿੰਪਟਮਸ ਥੋੜੇ ਘਟ ਜਾਂਦੇ ਹੈਗੇ ਆ। ਜਦੋਂ ਇਹ ਪੇਨ ਤੇ ਸਵੈਲਿੰਗ ਜਿਹੜੀ ਸੋਜਸ਼ ਹੈਗੀ ਆ ਉਹ ਘਟ ਜਾਂਦੀ ਆ ਓਵਰ ਟਾਈਮ, ਤੇ ਫਿਰ ਜਿਹੜੇ ਜੋੜ ਹੈਗੇ ਆ ਉਹ ਬਿਲਕੁਲ ਡਿਫਾਰਮ ਹੋ ਜਾਂਦੇ, ਜਿਸ ਤਰ੍ਹਾਂ ਦੀ ਮੈਂ ਸ਼ਕਲ ਤੁਹਾਨੂੰ ਦਿਖਾਈ ਹੈਗੀ ਆ ਉਸ ਤਰ੍ਹਾਂ ਹੋ ਜਾਂਦੇ ਹੈਗੇ ਆ, ਤੇ ਉਹ ਆਪਣੀ ਜਿਹੜੀ ਸਪੇਸ ਹੈਗੀ ਆ ਉਹ ਬਦਲ ਲੈਂਦੇ ਹੈਗੇ। ਜਿਸ ਤਰ੍ਹਾਂ ਦੇਖੋ, ਕਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ ਕਿ ਸ਼ਕਲ ਇਸ ਤਰ੍ਹਾਂ ਦੀ ਸ਼ਕਲ ਹੋ ਜਾਂਦੀ ਹੈਗੀ ਆ, ਬਿਲਕੁਲ ਡਿਫਾਰਮ ਹੋ ਜਾਂਦੇ ਹੈਗੇ ਆ। ਤੇ ਇਸ ਇਹ ਲਾਸਟ ਸਟੇਜ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈਗਾ ਆ। ਫਿਰ ਅਸੀਂ ਦੇਖਦੇ ਹੈਗੇ ਆ ਕਿ ਰੂਮੇਟੋਇਡ ਆਰਥਰਾਈਟਿਸ ਤੇ ਆਸਟੀਓ ਆਰਥਰਾਈਟਿਸ ਦੇ ਵਿੱਚ ਕੀ ਫਰਕ ਕੀ ਹੈਗਾ ਆ। ਇੱਕ ਤਾਂ ਉਮਰ ਦਾ ਫਰਕ ਹੈਗਾ ਆ ਕਿ ਜਿਹੜੀ ਰੂਮੇਟੋਇਡ ਆਰਥਰਾਈਟਿਸ ਹੈਗੀ ਆ ਉਹ ਕਿਸੇ ਟਾਈਮ ਦੇ ਵਿੱਚ ਵੀ ਹੋ ਸਕਦੀ ਹੈਗੀ ਆ, ਤੇ ਆਸਟੀਓ ਆਰਥਰਾਈਟਿਸ ਨਾਰਮਲੀ ਲੇਟਰ ਲਾਈਫ ਦੇ ਵਿੱਚ ਹੁੰਦੀ ਆ। ਇਹਨੂੰ ਮਤਲਬ ਵੀਅਰ ਐਂਡ ਟੀਅਰ ਵਾਲੀ ਆਰਥਰਾਈਟਿਸ ਕਹਿੰਦੇ ਆ ਕਿ ਜਦੋਂ ਜ਼ਿਆਦਾ ਘਸਾਹ ਹੋ ਜਾਂਦਾ ਹੈਗਾ ਜੋੜ ਦਾ, ਤੇ ਉਹਦੇ ਵਿੱਚ ਹੁੰਦੀ ਹੈਗੀ ਆ। ਸਪੀਡ ਆਫ ਔਨਸੈਟ ਕੀ ਹੈਗਾ ਆ, ਜਿਹੜੀ ਰੂਮੇਟੋਇਡ ਆਰਥਰਾਈਟਿਸ ਆ ਇੱਕਦਮ ਹੋ ਜਾਂਦੀ ਹੈਗੀ ਆ, ਹਫ਼ਤਿਆਂ ਤੇ ਮਹੀਨਿਆਂ ਦੇ ਵਿੱਚ ਹੀ ਡਿਵੈਲਪ ਕਰ ਜਾਂਦੀ ਹੈਗੀ ਆ। ਤੇ ਜਿਹੜੀ ਆਸਟੀਓ ਆਰਥਰਾਈਟਿਸ ਹੈਗੀ ਆ ਉਹ ਬੜੀ ਸਲੋ ਹੁੰਦੀ ਆ, ਈਅਰਸ ਲੱਗ ਜਾਂਦੇ ਹੈਗੇ ਆ। ਜਿੱਦਾਂ ਕਿ ਗੋਡਿਆਂ ਦਾ ਆਸਟੀਓ ਆਰਥਰਾਈਟਿਸ ਲੋਕਾਂ ਦੇ ਵਿੱਚ ਹੁੰਦਾ, ਉਹਨੂੰ ਪੂਰੀ ਤਰ੍ਹਾਂ ਤਕਲੀਫ ਹੋਣ ਦੇ ਵਿੱਚ ਹੌਲੀ ਹੌਲੀ ਪਹਿਲਾਂ ਸ਼ੁਰੂ ਹੁੰਦੀ ਆ ਤੇ ਸਾਲਾਂ ਬੱਧੀ ਫਿਰ ਚੱਲੀ ਜਾਂਦੀ ਹੈਗੀ ਆ, ਕਿਉਂਕਿ ਉਹ ਵੀਅਰ ਐਂਡ ਟੀਅਰ ਦੀ ਪ੍ਰੋਬਲਮ ਹੈਗੀ ਆ। ਜੁਆਇੰਟ ਸਿੰਪਟਮਸ ਜਿਹੜੇ ਹੈਗੇ ਆ ਉਹ ਬਹੁਤ ਪੇਨਫੁਲ ਹੁੰਦੇ ਆ, ਸੋਜਸ਼ ਭਰੇ ਹੁੰਦੇ ਆ ਤੇ ਸਟਿਫ ਹੋ ਜਾਂਦੇ ਆ ਰੂਮੇਟੋਇਡ ਆਰਥਰਾਈਟਿਸ ਦੇ ਵਿੱਚ। ਤੇ ਜਿਹੜੇ ਆਸਟੀਓ ਆਰਥਰਾਈਟਿਸ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਪੇਨ ਨਹੀਂ ਹੁੰਦਾ, ਪਰ ਥੋੜਾ ਏਕ ਹੋ ਹੀ ਜਾਂਦਾ ਆ। ਤੇ ਜਦੋਂ ਅਸੀਂ ਇਹਨੂੰ ਹੱਥ ਲਾਉਨੇ ਆ ਤਾਂ ਉਹ ਦਰਦ ਹੁੰਦਾ ਆ, ਪਰ ਸਵੈਲਿੰਗ ਨਹੀਂ ਹੁੰਦੀ ਬਹੁਤੀ, ਬਹੁਤ ਜ਼ਿਆਦਾ ਸਵੈਲਿੰਗ ਨਹੀਂ ਹੁੰਦੀ। ਜਿਨ੍ਹਾਂ ਦੇ ਗੋਡੇ ਦੁਖਦੇ ਆ ਉਹਨਾਂ ਨੂੰ ਪਤਾ ਹੋਏਗਾ ਕਿ ਬਹੁਤੀ ਸਵੈਲਿੰਗ ਨਹੀਂ ਹੈ, ਪਰ ਗੋਡੇ ਚੱਲਣ ਫਿਰਨ ਵੇਲੇ ਬਹੁਤ ਦੁਖਦੇ ਹੈਗੇ ਆ। ਹੋਰ ਸਿੰਪਟਮ ਜਿਹੜੇ ਹੈਗੇ ਆ, ਬੋਡੀ ਦੇ ਸਿੰਪਟਮ ਜਿਹੜੇ ਹੈਗੇ ਆ ਉਹ ਰੂਮੇਟੋਇਡ ਆਰਥਰਾਈਟਿਸ ਦੇ ਵਿੱਚ ਜ਼ਿਆਦਾ ਹੁੰਦੇ ਹੈਗੇ ਆ, ਜਿੱਦਾਂ ਕਿ ਫਰੀਕੁਐਂਟ ਫਟੀਗ ਹੈਗੀ ਆ, ਮਤਲਬ ਸੁਸਤ ਰਹਿਣਾ, ਤੇ ਸਰੀਰ ਦਾ ਜਨਰਲ ਫੀਲਿੰਗ ਹੋ ਜਾਂਦੀ ਆ ਕਿ ਉਹ ਬਿਮਾਰ ਹੈਗੇ ਆ, ਕਿਉਂਕਿ ਇਨਫਲੇਮੇਸ਼ਨ ਹੋਈ ਹੋਈ ਆ, ਫੀਵਰ ਵੀ ਹੋ ਜਾਂਦਾ ਹੈਗਾ ਆ,
ਤੇ ਆਸਟੀਓਆਰਥਰਾਈਟਿਸ ਵਿੱਚ ਇਸ ਤਰ੍ਹਾਂ ਦਾ ਕੋਈ ਸਿੰਪਟਮ ਨਹੀਂ ਹੁੰਦਾ। ਸਾਰੇ ਬਾਡੀ ਦੇ ਸਿੰਪਟਮ ਜਿਹੜੇ ਆ ਉਹ ਪ੍ਰੈਜ਼ੈਂਟ ਨਹੀਂ ਹੁੰਦੇ। ਸਿਰਫ ਇੱਕ ਜੋੜ ਜਿਹੜਾ ਹੈਗਾ ਦੁਖਦਾ ਹੈਗਾ, ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਗੋਡਿਆਂ ਦਾ ਜਿਹੜੀ ਆਸਟੀਓਆਰਥਰਾਈਟਿਸ ਆ ਉਹਦੇ ਵਿੱਚ ਸਿਰਫ ਗੋਡਿਆਂ ਦੀ ਤਕਲੀਫ ਹੁੰਦੀ ਆ, ਬਾਕੀ ਸਰੀਰ ਦੀ ਤਕਲੀਫ ਰਿਲੇਟਿਵਲੀ ਨਹੀਂ ਹੁੰਦੀ। ਫਿਰ ਪੈਟਰਨ ਜੁਆਇੰਟਸ ਦੇ ਇਫੈਕਟ ਦਾ ਕੀ ਹੈਗਾ, ਜਿਹੜੇ ਰੂਮੇਟੋਇਡ ਆਰਥਰਾਈਟਿਸ ਦੇ ਵਿੱਚ ਹੈਗੇ ਆ, ਸਮਾਲ ਤੇ ਲਾਰਜ ਜੁਆਇੰਟਸ ਔਨ ਬੋਥ ਸਾਈਡਸ ਹੁੰਦੇ ਹੈਗੇ ਆ। ਛੋਟੇ ਤੇ ਵੱਡੇ ਜੋੜ ਦੋਨੇ ਪਾਸੇ ਸਿਮੈਟਰੀਕਲ ਹੁੰਦੇ ਆ। ਜੇ ਸੱਜੇ ਪਾਸੇ ਹੋਣੇ ਆ ਤਾਂ ਖੱਬੇ ਪਾਸੇ ਵੀ ਉਹੀ ਜੋੜ ਨੂੰ ਇਫੈਕਟ ਹੋਣਾ ਆ। ਜਿੱਦਾਂ ਦੋਨੋਂ ਹੀ ਹੱਥ ਹੈਗੇ ਆ, ਦੋਨੋਂ ਹੀ ਕਲਾਈਆਂ ਹੈਗੀਆਂ, ਦੋਨੋਂ ਹੀ ਐਲਬੋਜ਼ ਹੈਗੀਆਂ, ਆਪਣੀਆਂ ਕੂਣੀਆਂ ਹੈਗੀਆਂ, ਤੇ ਹੱਥਾਂ ਦੇ ਜਿਹੜੇ ਪੈਰਾਂ ਦੇ ਅੱਡੀਆਂ ਵਗੈਰਾ ਹੈਗੀਆਂ ਜਾਂ ਮੋਰਲਾ ਹਿੱਸਾ ਹੈਗਾ, ਦੋਨਾਂ ਪਾਸੇ ਉਸੇ ਤਰ੍ਹਾਂ ਹੀ ਹੁੰਦਾ ਹੈਗਾ ਆ। ਤੇ ਜਿਹੜੇ ਆਸਟੀਓਆਰਥਰਾਈਟਿਸ ਹੈਗੇ ਆ, ਇਹਦੇ ਸਿੰਪਟਮਸ ਜਿਹੜੇ ਹੈਗੇ ਆ ਇੱਕ ਸਾਈਡ ਦੇ ਉੱਤੇ ਹੀ ਹੁੰਦੇ ਆ। ਜਿਨ੍ਹਾਂ ਦਾ ਗੋਡਾ ਦੁਖਦਾ ਤਕਰੀਬਨ ਜ਼ਿਆਦਾ ਇੱਕੋ ਸਾਈਡ ਦਾ ਹੀ ਦੁਖਦਾ ਹੈਗਾ ਆ, ਦੂਜੇ ਤੇ ਜਾ ਸਕਦਾ ਹੈ ਪਰ ਇੱਕ ਐਟ ਏ ਟਾਈਮ ਇੱਕੋ ਹੀ ਦੁਖੇਗਾ ਤੇ ਹੌਲੀ ਹੌਲੀ ਫਿਰ ਦੂਜਾ ਦੁਖਣਾ ਸ਼ੁਰੂ ਹੋ ਜਾਏਗਾ। ਇਹਦੇ ਸਿੰਪਟਮ ਜਿਹੜੇ ਆ ਬਹੁਤ ਗ੍ਰੈਜੂਅਲੀ ਹੌਲੀ ਹੌਲੀ ਡਿਵੈਲਪ ਕਰਦੇ ਹੈਗੇ ਆ, ਤੇ ਸਿਰਫ ਇੱਕ ਜੁਆਇੰਟ ਨੂੰ ਹੀ ਇਹ ਜ਼ਿਆਦਾ ਤਕਲੀਫ ਦਿੰਦੇ ਹੈਗੇ ਆ। ਤੇ ਜੁਆਇੰਟ ਜਿਹੜੇ ਆ ਫਿੰਗਰ ਨੇਲਸ ਦੇ ਲਾਗੇ ਹੈ। ਇਹਨਾਂ ਦਾ ਡਿਫਰੈਂਸ ਇਹ ਹੈ ਕਿ ਜਿਹੜੇ ਆਸਟੀਓਆਰਥਰਾਈਟਿਸ ਦੇ ਵਿੱਚ ਜਿਹੜੇ ਨੇਲਸ ਦੇ ਲਾਗੇ ਹੈਗੇ ਆ ਉਹ ਜ਼ਿਆਦਾ ਅਫੈਕਟ ਹੁੰਦੇ ਹੈਗੇ ਆ, ਤੇ ਜਿਹੜੇ ਰੂਮੇਟੋਇਡ ਦੇ ਵਿੱਚ ਹੈ ਉਹ ਜਿਹੜੀ ਆਪਣੀ ਹਥੇਲੀ ਹੈ ਉਹਦੇ ਲਾਗੇ ਜਿਹੜੇ ਜੁਆਇੰਟ ਹੈਗੇ ਆ ਉਹ ਅਫੈਕਟ ਹੁੰਦੇ ਹੈਗੇ ਆ। ਇਹ ਜਿਹੜੇ ਬਾਹਰਲੇ ਇਹਨਾਂ ਨੂੰ ਅਸੀਂ ਡਿਸਟਲ ਕਹਿੰਦੇ ਆ, ਇਹਨਾਂ ਨੂੰ ਅਸੀਂ ਪ੍ਰੋਕਸੀਮਲ ਕਹਿੰਦੇ ਆ। ਇਹ ਡਿਸਟਲ ਜਿਹੜੇ ਹੈਗੇ ਆ ਇਹ ਜ਼ਿਆਦਾ ਆਸਟੀਓਆਰਥਰਾਈਟਿਸ 'ਚ ਹੁੰਦੇ ਆ। ਜਿਹੜੇ ਪ੍ਰੋਕਸੀਮਲ ਹੈਗੇ ਆ, ਜਿਹੜੇ ਹਥੇਲੀ ਦੇ ਲਾਗੇ ਹੈਗੇ ਆ, ਇਹ ਰੂਮੇਟੋਇਡ ਦੇ ਵਿੱਚ ਜ਼ਿਆਦਾ ਅਫੈਕਟ ਹੁੰਦੇ ਹੈਗੇ ਆ। ਮਾਰਨਿੰਗ ਸਟਿਫਨੈਸ ਜਿਹੜੀ ਹੈਗੀ ਆ ਉਹ ਯੂਜ਼ਲੀ 1 ਘੰਟਾ ਸਵੇਰ ਨੂੰ ਰੂਮੇਟੋਇਡ ਆਰਥਰਾਈਟਿਸ ਦੇ ਵਿੱਚ ਸਵੇਰੇ ਉੱਠਦਿਆਂ ਨੂੰ ਤਾਂ ਸਟਿਫਨੈਸ ਹੋਣੀ ਹੈਗੀ ਆ ਰੂਮੇਟੋਇਡ ਆਰਥਰਾਈਟਿਸ ਦੇ ਵਿੱਚ। ਮਾਰਨਿੰਗ ਸਟਿਫਨੈਸ ਜਿਹੜੀ ਆ ਉਹ ਜਿਹੜੇ ਜੁਆਇੰਟ ਆਸਟੀਓਆਰਥਰਾਈਟਿਸ ਵਾਲੇ ਹੈ ਘੰਟੇ ਤੋਂ ਘੱਟ ਹੁੰਦੀ ਹੈਗੀ ਆ, ਤੇ ਸ਼ਾਮ ਨੂੰ ਫਿਰ ਜਦੋਂ ਐਕਟੀਵਿਟੀ ਖਤਮ ਹੁੰਦੀ ਆ ਤਾਂ ਉਸ ਵੇਲੇ ਫਿਰ ਹੋ ਸਕਦੀ ਹੈਗੀ ਆ। ਜਿਹੜੇ ਹੋਲ ਬਾਡੀ ਨੂੰ ਸਿਸਟੈਮਿਕ ਇਫੈਕਟਸ ਹੈਗੇ ਆ ਉਹ ਰੂਮੇਟੋਇਡ ਆਰਥਰਾਈਟਿਸ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈਗਾ, ਫ੍ਰੀਕੁਐਂਟ ਫਟੀਗ ਜਿਹੜੀ ਹੈਗੀ ਆ, ਜਨਰਲ ਫੀਲਿੰਗ ਆਫ ਬੀਇੰਗ ਇਲ ਜਿਹੜੇ ਹੈਗੇ ਆ ਉਹ ਹੁੰਦੀ ਹੈ, ਤੇ ਆਸਟੀਓਆਰਥਰਾਈਟਿਸ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਡਾਇਗਨੋਸ ਕਿੱਦਾਂ ਕਰ ਸਕਦੇ ਆ, ਕਿੱਦਾਂ ਪਤਾ ਲੱਗ ਸਕਦਾ? ਇੱਕ ਤਾਂ ਜਿਹੜੇ ਰੂਮੇਟੋਇਡ ਗਠੀਏ ਦੇ ਸਿੰਪਟਮ ਹੈਗੇ ਆ ਬਹੁਤ ਟਿਪੀਕਲ ਹੁੰਦੇ ਆ ਕਿ ਦੋਨੋਂ ਹੀ ਪਾਸੇ ਸਾਰੇ ਜੋੜ, ਕਈ ਤਰ੍ਹਾਂ ਦੇ ਜੋੜ ਜਿਹੜੇ ਹੈਗੇ ਆ, ਜ਼ਿਆਦਾ ਜੋੜ ਜਿਹੜੇ ਅਫੈਕਟ ਹੁੰਦੇ ਹੈਗੇ ਆ, ਉਹਦੇ ਨਾਲ ਵੀ ਅਸੀਂ, ਔਰ ਏਜ ਜਿਹੜੀ ਆ ਮਿਡਲ ਏਜ ਹੈਗੀ ਆ, ਉਹਦੇ ਨਾਲ ਵੀ ਅਸੀਂ ਡਾਇਗਨੋਸ ਕਰ ਸਕਦੇ ਹਾਂ ਕਲੀਨਿਕਲੀ ਕਿ ਇਹ ਪੇਸ਼ੈਂਟ ਨੂੰ ਰੂਮੇਟੋਇਡ ਆਰਥਰਾਈਟਿਸ ਹੈਗਾ। ਫਿਰ ਅਸੀਂ ਉਹਦਾ ਫਿਜ਼ੀਕਲ ਐਗਜ਼ਾਮੀਨੇਸ਼ਨ ਉਹਨੂੰ ਚੈੱਕ ਕਰਕੇ ਵੀ ਦੇਖ ਸਕਦੇ ਹਾਂ ਕਿ ਇਹ ਕਿਸ ਤਰ੍ਹਾਂ ਹੈ। ਫਿਰ ਅਸੀਂ ਐਕਸ-ਰੇਜ਼ ਕਰ ਲੈਂਦੇ ਹਾਂ ਜਾਂ ਅਲਟਰਾਸਾਊਂਡ ਕਰ ਲੈਂਦੇ ਹਾਂ ਜਾਂ MRIs ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ ਜਿਹੜੀ ਹੈਗੀ ਆ ਉਹ ਅਸੀਂ ਕਰ ਸਕਦੇ ਹੈਗੇ ਆ। ਫਿਰ ਅਸੀਂ ਲੈਬੋਰਟਰੀ ਦੇ ਟੈਸਟ ਤੇ ਖੂਨ ਕਰ ਸਕਦੇ ਹਾਂ, ਜਿਸ ਤਰ੍ਹਾਂ ਮੈਂ RA ਫੈਕਟਰ ਦੱਸਿਆ ਹੈਗਾ ਆ। CCP ਟੈਸਟ ਜਿਹੜਾ ਇਹਦੇ ਲਈ ਸਪੈਸੀਫਿਕ ਹੈਗਾ ਆ। ਫਿਰ CBC ਹੈਗੀ ਆ, ESR ਹੈਗੀ, ਵੱਧ ਜਾਂਦੀ ਹੈ ਇਹਦੇ ਵਿੱਚ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਅਸੀਂ ਡਾਇਗਨੋਸ ਕਰ ਲੈਂਦੇ ਹਾਂ ਕਿ ਇਹ ਰੂਮੇਟੋਇਡ ਆਰਥਰਾਈਟਿਸ ਹੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਹਾਨੂੰ ਤਕਲੀਫ ਹੋ ਗਈ ਆ ਤੇ 6 ਮਹੀਨਿਆਂ ਦੇ ਵਿੱਚ ਤੁਹਾਨੂੰ ਇਹਦੇ ਪਤਾ ਲੱਗ ਜਾਣਾ ਚਾਹੀਦਾ ਹੈਗਾ ਆ, ਤੇ ਉਹਦੇ ਵਿੱਚ ਇਹਦਾ ਇਲਾਜ ਹੋਣਾ ਸ਼ੁਰੂ ਹੋ ਜਾਣਾ ਚਾਹੀਦਾ ਹੈਗਾ ਆ। ਜਿਹੜੇ ਲੋਕਾਂ ਦੇ ਵਿੱਚ ਇਹ ਟ੍ਰੀਟਮੈਂਟ ਨਹੀਂ, ਮਤਲਬ ਜਲਦੀ ਟ੍ਰੀਟਮੈਂਟ ਕਰਵਾ ਲੈਂਦੇ ਆ, ਉਹਨਾਂ ਦੇ ਵਿੱਚ ਇਹ ਬਿਮਾਰੀ ਦਾ ਜਿਹੜਾ ਵਧਣਾ ਆ ਉਹ ਰੁਕ ਜਾਂਦਾ ਹੈਗਾ ਆ, ਤੇ ਉਹ ਫਿਰ ਜੋੜ ਜਿਹੜੇ ਆ ਜ਼ਿਆਦਾ ਖਰਾਬ ਨਹੀਂ ਹੁੰਦੇ। ਜਿਹੜੀ ਟ੍ਰੀਟਮੈਂਟ ਹੈ ਇਹ ਜਿਹੜੀ ਅੱਜ ਕੱਲ੍ਹ ਦੀ ਟ੍ਰੀਟਮੈਂਟ ਸਾਡੀ ਕਨਵੈਨਸ਼ਨਲ ਮੈਡੀਸਨ ਹੈ, ਉਹ ਸਿਰਫ ਕੀ ਕਰਦੀ ਹੈਗੀ ਆ ਕਿ ਇਹਨੂੰ ਸਪਰੈਸ ਕਰ ਦਿੰਦੀ ਹੈਗੀ ਆ ਇਨਫਲੇਮੇਸ਼ਨ ਨੂੰ, ਤੇ
ਉਹਦੇ ਨਾਲ ਕੀ ਆ ਕਿ ਉਹਦੇ ਨਾਲ ਜਿਹੜੇ ਡੈਮੇਜ ਹੈਗਾ ਆ ਉਹ ਘਟ ਜਾਂਦਾ ਹੈ, ਪਰ ਜਿਹੜੀਆਂ ਇਹ ਦਵਾਈਆਂ ਹੈਗੀਆਂ ਆ ਉਹ ਬਹੁਤ ਟੌਕਸਿਕ ਹੁੰਦੀਆਂ ਹੈਗੀਆਂ ਬੋਡੀ ਲਈ, ਤੇ ਇਸ ਲਈ ਇਹਨਾਂ ਤੋਂ ਬਚਣਾ ਚਾਹੀਦਾ। ਕਾਮਨ ਕਾਜ਼ ਆਫ ਡੈਥ ਇਹਦੇ ਵਿੱਚ ਕੀ ਹੈ, ਕਾਹਦੇ ਨਾਲ ਡੈਥ ਹੁੰਦੀ ਹੈਗੀ ਆ? ਇਸ ਬਿਮਾਰੀ ਦੇ ਵਿੱਚ ਦੂਜੇ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਹੈ ਉਹਦੇ ਨਾਲ ਜੇ ਕੰਪੇਅਰ ਕਰੀਏ ਤਾਂ ਇਸ ਬਿਮਾਰੀ ਦਾ ਦੁੱਗਣਾ ਹੈਗਾ ਆ ਕਿ ਇਹਦੇ ਨਾਲ ਡੈਥ ਹੋ ਜਾਂਦੀ ਹੈਗੀ ਆ, ਔਰ ਹੋ ਵੀ 75 ਸਾਲ ਤੋਂ ਪਹਿਲਾਂ ਹੋ ਜਾਂਦੀ ਹੈਗੀ ਆ, 75 ਸਾਲ ਤੋਂ ਅੱਗੇ ਨਹੀਂ ਜਾਂਦੇ। ਤੇ ਜ਼ਿਆਦਾ ਪ੍ਰੋਬਲਮ ਜਿਹੜੀ ਆ ਉਹ ਹਾਰਟ ਦੀ ਹੁੰਦੀ ਹੈਗੀ ਆ, ਹਾਰਟ ਇਹਦੇ ਵਿੱਚ ਜ਼ਿਆਦਾ ਇਨਵੋਲਵ ਹੁੰਦਾ ਹੈਗਾ, ਤੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਹੋ ਜਾਂਦੀਆਂ ਜਿਨ੍ਹਾਂ ਦੇ ਨਾਲ ਸਾਹ ਦੀਆਂ ਤਕਲੀਫਾਂ ਤੇ ਲੰਗਸ ਦੀ ਇਨਵੋਲਵਮੈਂਟ ਜ਼ਿਆਦਾ ਹੋ ਜਾਂਦੀ ਹੈਗੀ ਆ। ਜਿਹੜੀਆਂ ਡਰੱਗਸ ਡਾਕਟਰਸ ਦਿੰਦੇ ਕਨਵੈਨਸ਼ਨਲ ਮੈਡੀਸਨ ਦੇ ਵਿੱਚ, ਉਹ ਮੈਥੋਟ੍ਰੈਕਸੇਟ, ਲੈਫਲੂਨਾਮਾਈਡ, ਹਾਈਡਰੋਕਸੋਕਲੋਰੋਕੀਨ, ਸਲਫਾਸੈਲਾਜ਼ੀਨ ਤੇ ਡਿਫਰੈਂਟ ਪੇਨ ਕਿਲਰਸ, ਇਹਨਾਂ ਦਵਾਈਆਂ ਦਾ ਜਿਹੜਾ ਅਸਰ ਹੈਗਾ ਬਹੁਤ ਟੌਕਸਿਕ ਹੈਗਾ। ਬਿਮਾਰੀ ਨੂੰ ਤਾਂ ਠੀਕ ਥੋੜਾ ਸਿੰਪਟਮਸ ਨੂੰ ਠੀਕ ਕਰ ਦਿੰਦੇ ਆ, ਕਿਉਂਕਿ ਪੂਰੀ ਤਰ੍ਹਾਂ ਦਵਾਈ ਬਿਮਾਰੀ ਨੂੰ ਤਾਂ ਇਹ ਨਹੀਂ, ਸਿਰਫ ਸਿੰਪਟਮਸ ਨੂੰ ਇਹ ਕੰਟਰੋਲ ਕਰ ਦਿੰਦੇ ਆ, ਤੇ ਤੁਹਾਡੇ ਜੋੜ ਜਿਹੜੇ ਆ ਉਹ ਡੈਮੇਜ ਹੋਣ ਤੋਂ ਬਚ ਜਾਂਦੇ ਆ। ਪਰ ਇਹਨਾਂ ਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਹੋਰ ਬਹੁਤ ਪ੍ਰੋਬਲਮਾਂ ਹੋ ਸਕਦੀਆਂ ਹੈਗੀਆਂ ਆ, ਜਿਹੜੀਆਂ ਕਿ ਜਿਸ ਤਰ੍ਹਾਂ ਕਿ ਲਿਵਰ ਦਾ ਜਿਹੜਾ ਫੰਕਸ਼ਨ ਹੈਗਾ, ਕਿਉਂਕਿ ਜਦੋਂ ਇਹ ਦਵਾਈਆਂ ਦਿੰਦੇ ਆ ਤੇ ਡਾਕਟਰ ਹਰ ਮਹੀਨੇ ਬਾਅਦ 2 ਮਹੀਨੇ ਬਾਅਦ ਫਿਰ ਤੁਹਾਡੇ ਟੈਸਟ ਕਰਾਉਂਦੇ ਆ ਕਿ ਕਿਤੇ ਲਿਵਰ ਨੂੰ ਇਹਨਾਂ ਨੇ ਨੁਕਸਾਨ ਤਾਂ ਨਹੀਂ ਕਰ ਦਿੱਤਾ ਦਵਾਈਆਂ ਨੇ। ਸੋ ਉਹ ਦੇਖਣ ਦੇ ਲਈ ਕਿ ਲਿਵਰ ਨੂੰ ਬਹੁਤ ਇਹ ਨੁਕਸਾਨ ਕਰਦੀਆਂ, ਕਈ ਇਹ ਦਵਾਈਆਂ ਜਿਹੜੀਆਂ ਹੈਗੀਆਂ ਕਾਰਸੀਨੋਜੈਨਿਕ ਵੀ ਹੈਗੀਆਂ, ਜਿਹਦੇ ਨਾਲ ਇਹ ਬਾਡੀ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਹੈਗੀਆਂ। ਇਸੇ ਲਈ ਇਹਦੀ ਨੈਚੁਰਲ ਟ੍ਰੀਟਮੈਂਟ ਜਿਹੜੀ ਕਰਨੀ ਆ ਉਹ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈਗੀ ਆ। ਨੈਚੁਰਲ ਟ੍ਰੀਟਮੈਂਟਸ ਕੀ ਹੈਗੀਆਂ ਆ? ਇੱਕ ਤਾਂ ਇਹ ਹੈ ਕਿ ਐਕਸਰਸਾਈਜ਼ ਜਿਹੜੀਆਂ ਫਿਜ਼ੀਕਲ ਥੈਰੇਪੀ ਹੈਗੀ ਆ, ਪ੍ਰੂਵਨ ਟ੍ਰੀਟਮੈਂਟ ਹੈਗੀ ਆ ਇਹ ਰੂਮੇਟੋਇਡ ਆਰਥਰਾਈਟਿਸ ਨੂੰ ਰਿਵਰਸ ਕਰਨ ਦੇ। ਜਿਹੜੀਆਂ ਬਾਡੀ ਦੀਆਂ ਐਕਸਰਸਾਈਜ਼ਾਂ ਹੈ, ਫਿਜ਼ੀਕਲ ਥੈਰੇਪੀ ਹੈ, ਸਟਰੈਚਿੰਗ ਹੈ, ਜਿਹੜੀ ਸਟਰੈਚਿੰਗ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੈ, ਤਾਂ ਕਿ ਜਿਹੜੇ ਜੋੜ ਹੈਗੇ ਆ ਉਹ ਮਤਲਬ ਜਿਸ ਤਰ੍ਹਾਂ ਕੰਟਰੈਕਚਰ ਵਗੈਰਾ ਨਾ ਹੋ ਜਾਣ। ਪ੍ਰੋਬਾਇਓਟਿਕਸ ਜਿਹੜੇ ਹੈਗੇ ਆ ਰੂਮੇਟੋਇਡ ਆਰਥਰਾਈਟਿਸ ਲਈ ਬਹੁਤ ਜ਼ਰੂਰੀ ਹੈਗੇ ਆ, ਤੇ ਡਾਈਟ ਦੇ ਵਿੱਚ ਵੀ ਪ੍ਰੋਬਾਇਓਟਿਕਸ ਚਾਹੀਦੇ ਹੈਗੇ ਆ। ਹੋਰ ਸਪਲੀਮੈਂਟਸ ਜਿਹੜੇ ਹੈ, ਮੈਗਨੀਸ਼ੀਅਮ ਆਇਲ ਹੈ, ਉਹਦੇ ਨਾਲ ਤੁਸੀਂ ਮਾਲਿਸ਼ ਵੀ ਕਰ ਸਕਦੇ ਹੋ, ਤੇ ਵਿਟਾਮਿਨ B6, B12, ਵਿਟਾਮਿਨ C, ਵਿਟਾਮਿਨ D ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ। ਇਹ ਸਪਲੀਮੈਂਟਸ ਜਿਹੜੇ ਹੈਗੇ ਆ, ਓਮੇਗਾ 3 ਜਿਹੜਾ ਹੈਗਾ ਐਂਟੀ ਇਨਫਲੇਮੇਟਰੀ, ਇਹਦੀ ਡੋਜ਼ ਜਿਹੜੀ ਹੈਗੀ ਆ ਉਹ ਵੱਧ ਕੇ ਮਤਲਬ 2 ਗ੍ਰਾਮ ਤੱਕ ਤੁਸੀਂ ਇਹ ਲੈ ਸਕਦੇ ਹੈਗੇ ਆ ਇਹਨੂੰ ਠੀਕ ਕਰਨ ਦੇ ਲਈ। ਫਿਰ ਹੈ ਟਰਮੈਰਿਕ, ਜਿਹੜਾ ਇਹ ਬਹੁਤ ਇੰਪੋਰਟੈਂਟ ਹੈ, ਜਿਹੜੀ ਹਲਦੀ ਹੈ, ਹਲਦੀ ਤੇ ਗਿੰਗਰ ਜਿਹੜਾ ਅਦਰਕ ਹੈ, ਇਹਦਾ ਪਾਣੀ ਲੈ ਸਕਦੇ ਹੈਗੇ ਆ ਤੁਸੀਂ। ਹਲਦੀ ਚਾਹ ਦੇ ਨਾਲ ਲੈ ਸਕਦੇ ਹੈਗੇ ਆ। 2-3 ਚਮਚ ਤੁਸੀਂ ਡੇਲੀ ਇਹਦੇ ਅਗਰ ਲੈਣੇ ਹੈਗੇ ਆ ਤਾਂ ਤੁਹਾਡੀ ਜਿਹੜੀ ਇਨਫਲੇਮੇਸ਼ਨ ਹੈਗੀ ਆ ਉਹ ਕਾਫੀ ਹੱਦ ਤੱਕ ਘਟ ਸਕਦੀ ਹੈ। ਐਂਟੀ ਇਨਫਲੇਮੇਟਰੀ ਡਾਈਟ ਜਿਹਨੂੰ ਅਸੀਂ ਪਲਾਂਟ ਬੇਸਡ ਡਾਈਟ ਕਹਿੰਦੇ ਹੈਗੇ ਆ, ਉਹਦਾ ਇਸਤੇਮਾਲ ਤੁਸੀਂ ਕਰ ਸਕਦੇ ਹੈਗੇ ਆ। ਸਟ੍ਰੈਸ ਰਿਲੀਫ ਦੇ ਲਈ ਯੋਗਾ, ਟਾਈਚੀ, ਮੈਡੀਟੇਸ਼ਨ, ਮਸਾਜ, ਬਾਇਓ ਫੀਡਬੈਕ, ਐਕੂਪੰਕਚਰ, ਇਹਨਾਂ ਸਾਰਿਆਂ ਦਾ ਸਹਾਰਾ ਤੁਸੀਂ ਇਹਦੇ ਨਾਲ ਲੈ ਸਕਦੇ ਹੈਗੇ ਆ। CBT ਵੀ ਤੇ ਸਾਈਕੋਥੈਰੇਪੀ ਤੇ ਮਾਈਂਡਫੁਲਨੈਸ, ਇਹਦੇ ਨਾਲ ਵੀ ਤੁਸੀਂ ਆਪਣੇ ਦਿਮਾਗ ਨੂੰ ਅਗਰ ਠੀਕ ਰੱਖਦੇ ਆ ਤੇ ਇਹ ਆਪਣੇ ਆਪ ਹੀ ਤੁਸੀਂ ਇਹਨੂੰ ਠੀਕ ਕਰ ਸਕਦੇ ਆ। ਇੰਡੀਅਨ ਫ੍ਰੈਂਕਨਿਨਸੈਂਸ ਜਿਹੜਾ ਬੋਸਵੀਲੀਆ ਸਿਰੇਟਾ ਹੈ, ਜਿਹਨੂੰ ਗੂਗਲ ਕਹਿੰਦੇ ਆ ਆਪਾਂ ਪੰਜਾਬੀ ਦੇ ਵਿੱਚ, ਉਹਦਾ ਇਸਤੇਮਾਲ ਵੀ ਤੁਸੀਂ ਕਰ ਸਕਦੇ ਹੈਗੇ ਆ। ਪ੍ਰੋਬਾਇਓਟਿਕਸ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਆ ਕਿ ਉਹਨਾਂ ਦਾ ਇਸਤੇਮਾਲ ਕਰ ਸਕਦੇ ਹੈਗੇ ਆ। ਨੈਚੁਰਲ ਪ੍ਰੋਬਾਇਓਟਿਕਸ ਵੀ ਲੈ ਸਕਦੇ ਆ, ਐਜ਼ ਏ ਮੈਡੀਸਨ ਵੀ ਤੁਸੀਂ ਲੈ ਸਕਦੇ ਹੈਗੇ ਆ। LDN ਜਿਹੜਾ ਹੈਗਾ, ਲੋ ਡੋਜ਼ ਨੈਲਟ੍ਰਿਕਸੋਨ ਜਿਹੜਾ ਹੈ, ਉਹਦੇ ਰਿਜ਼ਲਟਸ ਜਿਹੜੇ ਹੈਗੇ ਇਹਦੇ ਵਿੱਚ ਬਹੁਤ ਇਫੈਕਟਿਵ ਹੋਇਆ। ਇਹ ਵੀ ਸਾਡੀ ਇਮਿਊਨਿਟੀ ਲਈ ਬਹੁਤ ਵਧੀਆ ਹੈਗਾ ਆ। ਫਿਰ ਐਲੀਮੀਨੇਸ਼ਨ ਡਾਈਟ ਜਿਹੜਾ ਹੈਗਾ ਆ, ਕੁਛ ਇੱਕ ਚੀਜ਼ਾਂ ਜਿਹੜੀਆਂ ਹੈ ਅਗਰ ਅਸੀਂ ਛੱਡ ਦਈਏ ਤਾਂ ਉਹਦੇ ਨਾਲ ਵੀ, ਐਲੀਮੀਨੇਸ਼ਨ ਡਾਈਟ ਦੇ ਨਾਲ ਵੀ ਅਸੀਂ ਇਹਨੂੰ ਬਿਲਕੁਲ ਨੈਚੁਰਲੀ ਵੇ ਦੇ ਨਾਲ ਠੀਕ ਕਰ ਸਕਦੇ ਹੈਗੇ ਆ। ਇੱਕ ਇਹ ਅਪਰੋਚ ਹੈ 5R ਅਪਰੋਚ ਟੂ ਦੀ ਕਾਜ਼ ਆਫ ਰੂਮੇਟੋਇਡ ਆਰਥਰਾਈਟਿਸ। ਇਹ ਆਪਾਂ ਆਟੋਇਮਿਊਨ ਦੇ ਵਿੱਚ ਵੀ ਡਿਸਕਸ ਕੀਤੀ ਸੀ ਤੇ ਹੁਣ ਵੀ ਮੈਂ ਡਿਸਕਸ ਕਰਦਾ ਆ ਕਿ ਇਹਦੇ ਨਾਲ ਕੀ ਹੈ ਕਿ ਅਸੀਂ ਰਿਮੂਵ ਕਰਨਾ ਹੈਗਾ ਆਪਣੇ ਖਾਣ ਪਾਣ ਦੇ, ਆਪਣੇ ਜ਼ਿੰਦਗੀ ਦੇ ਵਿੱਚੋਂ
ਜਿੰਨੇ ਵੀ ਟੌਕਸਿਕ ਪ੍ਰੋਡਕਟਸ ਹੈਗੇ ਆ ਉਹਨਾਂ ਸਾਰਿਆਂ ਨੂੰ ਰਿਮੂਵ ਕਰ ਦੇਣਾ ਹੈਗਾ। ਗਲੂਟਨ ਜਿਹੜੀ ਹੈ ਉਹਨੂੰ ਅਸੀਂ ਰਿਮੂਵ ਕਰ ਦੇਣਾ। ਮਿਲਕ ਤੇ ਮਿਲਕ ਦੇ ਪ੍ਰੋਡਕਟਸ ਜਿਹੜੇ ਹੈਗੇ ਆ ਉਹਨਾਂ ਨੂੰ ਰਿਮੂਵ ਕਰ ਦੇਣਾ। ਕੈਫੀਨ ਜਿਹੜੀ ਚਾਹ ਦੇ ਵਿੱਚ ਹੈ, ਕਾਫੀ ਦੇ ਵਿੱਚ ਹੈ, ਉਹਨੂੰ ਰਿਮੂਵ ਕਰ ਦੇਣਾ। ਸ਼ੂਗਰ ਨੂੰ ਰਿਮੂਵ ਕਰ ਦੇਣਾ। ਇਨਫੈਕਸ਼ਨਸ ਦੇਖ ਕੇ ਅਗਰ ਇਨਫੈਕਸ਼ਨ ਵੀ ਕੋਈ ਬਾਡੀ ਦੇ ਵਿੱਚ ਹੈਗੀ ਆ ਤੇ ਉਹਨੂੰ ਵੀ ਰਿਮੂਵ ਕਰ ਦੇਣਾ। ਪ੍ਰੋਸੈਸਡ ਫੂਡ ਲਾਈਕ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਰਿਮੂਵ ਕਰ ਦੇਣਾ। ਕੈਮੀਕਲਸ ਜਿੰਨੇ ਵੀ ਹੈ ਸਾਡੇ ਖਾਣੇ ਦੇ ਵਿੱਚ ਉਹਨਾਂ ਨੂੰ ਰਿਮੂਵ ਕਰ ਦੇਣਾ। ਰਿਫਾਈਨਡ ਆਇਲ ਕੋਈ ਨਹੀਂ ਲੈਣਾ। ਤੇ ਹੋਰ ਵੀ EMFs ਜਿਹੜੀਆਂ ਸਾਡੇ, ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਸਾਡੇ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀਜ਼ ਜਿਹੜੀਆਂ ਹੈਗੀਆਂ, ਗਰਾਊਂਡਿੰਗ ਕੀਤੀ ਸੀ, ਉਹ ਵੀ, ਉਹਨਾਂ ਤੋਂ ਵੀ ਪਰਹੇਜ਼ ਕਰਨਾ ਹੈ। ਮੈਡੀਕੇਸ਼ਨਸ ਜਿਹੜੀਆਂ ਜ਼ਿਆਦਾ ਮੈਡੀਕੇਸ਼ਨਸ ਲੈਣੀਆਂ ਉਹ ਵੀ ਬੰਦ ਕਰ ਦੇਣੀਆਂ। ਸੀਬੋ ਹੁੰਦੀ ਹੈ, ਸਮਾਲ ਇੰਟੈਸਟਾਈਨ ਬੈਕਟੀਰੀਅਲ ਓਵਰਗਰੋਥ, ਜਿਹੜੀ ਸਾਡੇ ਸਮਾਲ ਇੰਟੈਸਟਾਈਨ ਦੇ ਵਿੱਚ ਓਵਰਗਰੋਥ ਹੋ ਜਾਂਦੀ ਆ, ਉਹਦਾ ਵੀ ਹੱਲ ਕਰਨਾ ਹੈ। ਤੇ ਸਟ੍ਰੈਸ ਨੂੰ ਵੀ ਰਿਮੂਵ ਕਰਨਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਅਗਰ ਆਪਣੀ ਜ਼ਿੰਦਗੀ ਦੇ ਵਿੱਚੋਂ ਰਿਮੂਵ ਕਰ ਦੇਵਾਂਗੇ ਤੇ ਅਸੀਂ ਬਹੁਤ ਅੱਛੀ ਜ਼ਿੰਦਗੀ ਲਈ ਮਤਲਬ ਬਣ ਜਾਵਾਂਗੇ। ਫੇਰ ਕਰਨਾ ਰਿਸਟੋਰ ਕੀ ਚੀਜ਼ ਕਰਨੀ ਹੈਗੀ, ਜਿਹੜੀ ਚੀਜ਼ ਸਾਡੇ ਤੋਂ ਗਵਾਚ ਗਈ ਹੈਗੀ ਆ, ਸਾਡੇ ਅਸੀਂ ਨਹੀਂ, ਜਿਸ ਤਰ੍ਹਾਂ ਐਂਟੀਆਕਸੀਡੈਂਟਸ ਹੈਗੇ ਆ, ਨਿਊਟ੍ਰੀਐਂਟਸ ਹੈਗੇ ਆ, ਜਿਹੜੇ ਸਾਡੇ ਬਾਡੀ ਦੇ ਵਿੱਚ ਅਸੀਂ ਘਾਟਾ ਮਹਿਸੂਸ ਕਰਦੇ ਆ, ਉਹ ਅਸੀਂ ਲੈਣੇ ਹੈਗੇ, ਬਾਹਰੋਂ ਲੈਣੇ ਹੈਗੇ ਆ। ਬਾਈਲ, ਜਿਹੜੇ ਬਾਈਲ ਸਾਲਟਸ ਜਿਹੜੇ ਹੈਗੇ ਆ, ਬਾਈਲ ਪਿਗਮੈਂਟਸ ਹੈਗੇ ਆ, ਬਾਈਲ, ਇਹ ਕਿਉਂਕਿ ਤੁਹਾਡਾ ਜੇ ਅਗਰ ਬਾਈਲ ਪੂਰਾ ਨਹੀਂ ਬਣਦਾ, ਲਿਵਰ ਤੁਹਾਡਾ ਕੰਮ ਨਹੀਂ ਕਰਦਾ, ਤੇ ਤੁਸੀਂ ਬਾਹਰੋਂ ਵੀ ਆਕਸਬਾਈਲ ਵਗੈਰਾ ਲੈ ਸਕਦੇ ਹੈਗੇ ਆ। ਸਟੋਮਿਕ ਐਸਿਡ ਅਗਰ ਤੁਹਾਡਾ ਨਹੀਂ ਬਣਦਾ ਤਾਂ ਤੁਸੀਂ ਸਟੋਮਿਕ ਐਸਿਡ ਦੇ ਲਈ ਵੀ ਬਾਹਰੋਂ ਆਪਣੇ ਸਪਲੀਮੈਂਟਸ ਲੈ ਸਕਦੇ ਹੈਗੇ ਆ। ਫਿਰ ਹੈ ਕਿ ਜਿਹੜੀ ਸਾਡੀ ਜ਼ਿਆਦਾ ਪ੍ਰੋਬਲਮ ਹੁੰਦੀ ਹੈਗੀ ਆ ਆਟੋਇਮਿਊਨ ਦੀ, ਉਹ ਗੱਟ ਤੋਂ ਹੁੰਦੀ ਹੈਗੀ, ਸਾਡੀ ਇੰਟੈਸਟਾਈਨ ਤੋਂ ਹੁੰਦੀ ਹੈਗੀ ਆ। ਸੋ ਉਹਦੇ ਲਈ ਰਿਪੇਅਰ ਕਰਨਾ ਹੈ ਇੰਟੈਸਟਾਈਨ ਨੂੰ। ਟੌਕਸਿਕ ਤੇ ਟ੍ਰਿਗਰ ਫੂਡਸ ਜਿਹੜੇ ਇੰਟਰਫੀਅਰ ਕਰਦੇ ਹੈਗੇ ਆ ਉਹਨਾਂ ਨੂੰ ਅਸੀਂ ਬੰਦ ਕਰ ਦੇਣਾ ਹੈਗਾ ਆ। ਤੇ ਨਿਊਟ੍ਰੀਐਂਟਸ ਜਿਹੜੇ ਸਾਡੀ ਬਾਡੀ ਨੂੰ ਚਾਹੀਦੇ ਹੈਗੇ ਆ, ਵਿਟਾਮਿਨਸ ਹੈ, ਮਿਨਰਲਸ ਹੈ, ਫਾਈਟੋ ਨਿਊਟ੍ਰੀਐਂਟਸ ਹੈਗੇ ਆ, ਉਹ ਅਸੀਂ ਰਿਪੇਅਰ ਦੇ ਲਈ ਕਰਨੇ ਹੈਗੇ ਆ। ਜਿੱਦਾਂ ਐਲੋਵੇਰਾ ਹੈ, ਜਾਂ ਹੈਗੀ ਆ ਐਲਮ ਹੈਗੀ ਆ, ਐਲਮ, ELM, ਐਲਮ ਹੈ, ਸਲਿਪਰੀ ਐਲਮ ਕਹਿੰਦੇ ਆ ਅਸੀਂ ਉਹਨੂੰ। ਉਹਦੇ ਨਾਲ ਵੀ ਤੁਹਾਡੇ ਜਿਹੜੀ ਮਤਲਬ ਗੱਟ ਹੈਗੀ ਆ, ਇੰਟੈਸਟੀਨ ਹੈਗੀ ਆ, ਉਹ ਹੈ। ਗਲੂਟਾਮਾਈਨ ਹੈ, ਗਲੂਟਾਮਾਈਨ ਦੇ ਨਾਲ ਵੀ ਤੁਹਾਡੇ ਜਿਹੜੇ ਐਂਟੈਰਿਕ ਸੈਲਸ ਹੈਗੇ ਆ ਉਹ ਠੀਕ ਹੁੰਦੇ ਹੈਗੇ ਆ। ਇਹਨਾਂ ਚੀਜ਼ਾਂ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੈਗੇ ਆ ਰਿਪੇਅਰ ਦੇ ਲਈ। ਫਿਰ ਗਰਾਊਂਡਿੰਗ ਦੀ ਗੱਲ ਆਪਾਂ ਪਿਛਲੇ ਹਫ਼ਤੇ ਕੀਤੀ ਸੀ। ਗਰਾਊਂਡਿੰਗ ਦੇ ਨਾਲ EMFs ਨੂੰ ਆਪਾਂ ਰਿਪੇਅਰ ਕਰ ਸਕਦੇ ਹੈਗੇ ਆ। ਸੋ ਇਸ ਤਰ੍ਹਾਂ ਤੁਸੀਂ ਆਪਣੇ ਸਿਸਟਮ ਨੂੰ ਸਾਰਿਆਂ ਨੂੰ ਨੈਚੁਰਲੀ ਰਿਪੇਅਰ ਕਰ ਸਕਦੇ ਹੈਗੇ ਆ। ਫਿਰ ਰੀਇਨਾਕੂਲੇਟ, ਚੌਥੀ ਚੀਜ਼ ਹੈ ਰੀਇਨਾਕੂਲੇਟ। ਉਹ ਤਾਂ ਕਾਹਦੇ ਨਾਲ ਕਰਨੀ ਹੈ? ਪ੍ਰੀਬਾਇਓਟਿਕਸ ਜਿਹੜੇ ਹੈਗੇ ਆ, ਪ੍ਰੀਬਾਇਓਟਿਕਸ ਫੂਡਸ ਹੈਗੇ ਆ, ਜਿਹਦੇ ਵਿੱਚ ਗਾਰਲਿਕ ਹੈ, ਐਸਪੈਰਾਗਸ ਹੈ, ਓਨੀਅਨਸ ਹੈ, ਲੀਫੀ ਗ੍ਰੀਨਸ ਹੈ, ਹੋਲ ਗ੍ਰੇਨਸ, ਕਿਨੋਆ ਹੈ, ਓਟਸ ਹੈ, ਐਪਲਸ, ਫਲੈਕਸੀਡ, ਲੈਂਟਿਲਸ, ਜਿਕਾਮਾ ਐਂਡ ਚਿਕੋਰੀ ਰੂਟਸ ਜਿਹੜੀਆਂ ਹੈਗੀਆਂ, ਪਾਰਸ਼ਲੀ ਹਾਈਡਰੋਲਾਈਜ਼ਡ ਗੁਆਰਗਮ ਹੈ। ਇਹ ਆਪਸ਼ਨਸ ਹੈਗੀਆਂ ਸਪਲੀਮੈਂਟਲ। ਤੇ ਪ੍ਰੀਬਾਇਓਟਿਕ ਫਾਈਬਰ ਜਿਹੜੀ ਹੈਗੀ ਆ ਉਹ ਤੁਸੀਂ ਇਸਤੇਮਾਲ ਕਰ ਸਕਦੇ ਹੋ ਪ੍ਰੀਬਾਇਓਟਿਕ ਲਈ। ਤੇ ਪ੍ਰੋਬਾਇਓਟਿਕਸ ਹੈਗੇ ਆ, ਕੰਬੂਚਾ ਹੈ, ਪਿਕਲਸ ਹੈ, ਯੋਗਰਟ ਹੈ, ਕੈਫਿਰ, ਸਾਵਰਕ੍ਰਾਟ, ਕਿਮਚੀ, ਟੈਂਪੇ, ਮੀਸੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਵਾਰੀ-ਵਾਰੀ ਇਸਤੇਮਾਲ ਕਰ ਸਕਦੇ ਹੋ ਤੇ ਆਪਣੀ ਜਿਹੜੀ ਗੱਟ ਹੈਗੀ ਆ ਉਹਨੂੰ ਤੁਸੀਂ ਹੀਲ ਕਰ ਸਕਦੇ ਹੈਗੇ ਆ। ਫਿਰ ਸਭ ਤੋਂ ਵੱਡੀ ਗੱਲ ਪੰਜਵੀਂ ਹੈ ਰਿਲੈਕਸ। ਮਾਈਂਡ ਬੋਡੀ ਕਨੈਕਸ਼ਨ ਹੈ। ਤੁਹਾਡੀ ਸਾਰੀਆਂ ਬਿਮਾਰੀਆਂ ਦਾ ਜਿਹੜੇ ਹੱਲ ਹੈਗਾ ਉਹ ਤੁਹਾਡੇ ਮਾਈਂਡ ਦੇ ਵਿੱਚ ਹੈਗਾ। ਬਾਇਓ ਫੀਡਬੈਕ, ਮੈਡੀਟੇਸ਼ਨ ਹੈ, ਮੂਵਮੈਂਟ ਹੈ, ਫਨ ਐਕਟੀਵਿਟੀਜ਼ ਹੈਗੀਆਂ, ਤੁਸੀਂ ਖੁਸ਼ ਰਹਿੰਦੇ ਆ। ਤੇ ਵਕੇਸ਼ਨ ਟਾਈਮ ਹੈਗਾ, ਬਰੀਦਿੰਗ ਐਕਸਰਸਾਈਜ਼ਸ ਕਰਦੇ ਹੈਗੇ ਆ, ਟੈਕਨੀਕਸ ਤੁਹਾਨੂੰ ਦੱਸੀਆਂ ਹੈ। ਸਨਸ਼ਾਈਨ ਲੈਂਦੇ ਹੈਗੇ ਆ, ਹਾਈਡਰੇਸ਼ਨ, ਪਾਣੀ ਪੂਰਾ ਪੀਂਦੇ ਹੈਗੇ ਆ। ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਨੈਚੁਰਲੀ ਕਰਦੇ ਹੈਗੇ ਆ ਤੇ ਤੁਹਾਡੀ ਜਿਹੜੀ ਰੂਮੇਟੋਇਡ ਆਰਥਰਾਈਟਿਸ ਦੀ ਪ੍ਰੋਬਲਮ ਹੈਗੀ ਆ ਉਹ ਬਿਲਕੁਲ ਠੀਕ ਹੋ ਜਾਏਗੀ। ਉਹਦੇ ਨਾਲ ਤੁਹਾਨੂੰ ਕਿਸੇ ਵੀ ਹੋਰ ਦਵਾਈ ਲੈਣ ਦੀ ਲੋੜ ਨਹੀਂ ਪਏਗੀ। ਇਹ ਜਿਹੜੇ ਪ੍ਰੀਬਾਇਓਟਿਕਸ ਤੇ ਪ੍ਰੋਬਾਇਓਟਿਕਸ ਹੈਗੇ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਇਹ ਉਹਨਾਂ ਦੀ ਸਾਰੀ ਲਿਸਟ ਹੈਗੀ ਆ। ਇੱਕ ਵਾਰੀ ਮੈਂ ਦੁਹਰਾ ਦਿੰਦਾ ਹੈਗਾ। ਐਸਪੈਰਾਗਸ ਹੈ, ਬਨਾਨਾ ਹੈ, ਡੈਂਡਲੀਅਨ ਔਰ ਗ੍ਰੀਨਸ ਹੈ, ਐਗ ਪਲਾਂਟ ਹੈ, ਐਂਡੀਵ ਹੈ,
garlic, honey, Jerusalem, artichokes, jicama, kefir, leeks, legumes, onions, peas, radicchio, whole grains, yogurt, ਇਹ ਸਾਰੇ ਪ੍ਰੀਬਾਇਓਟਿਕਸ ਹੈਗੇ ਆ ਤੇ ਪ੍ਰੋਬਾਇਓਟਿਕਸ ਹੈਗੇ ਆ। ਐਸਿਡੋਫਿਲਿਸ, ਬਟਰ ਮਿਲਕ, ਚੀਜ਼ ਏਜਡ ਜਿਹੜਾ ਹੈ, ਕਾਟੇਜ ਚੀਜ਼ ਹੈ, ਫਰਮੈਂਟਡ ਮੀਟ ਹੈਗੇ ਆ, ਐਂਡ ਵੈਜੀਜ਼ ਹੈਗੀਆਂ, ਕੈਫਿਰ ਹੈਗੇ, ਕਿਮਚੀ, ਕੰਬੂਚਾ, ਮਿਸੋ, ਨੈਟੋ, ਪਿਕਡ ਵੈਜੀਜ਼, ਰॉ, ਸਾਵਰ ਕਰਾਟ, ਸਾਵਰ ਕਰੀਮ, ਟੈਂਪੇ, ਯੋਗਰਟ, ਪਲੇਨ ਤੇ ਐਕਟਿਵ ਕਲਚਰਸ। ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਇਸਤੇਮਾਲ ਕਰਦੇ ਆ ਤੇ ਤੁਸੀਂ ਰੂਮੇਟੋਇਡ ਆਰਥਰਾਈਟਿਸ, ਜਿਹੜੀ ਕਿ ਬਹੁਤ ਭਿਆਨਕ ਬਿਮਾਰੀ ਹੈਗੀ ਆ, ਜਿਹਨੂੰ ਕਿ ਸਾਡੀ ਕਨਵੈਨਸ਼ਨਲ ਟ੍ਰੀਟਮੈਂਟ ਕੋਈ ਵੀ ਮਤਲਬ ਤਰੀਕੇ ਦੇ ਨਾਲ ਠੀਕ ਨਹੀਂ ਕਰ ਸਕਦੀ, ਉਹਨੂੰ ਤੁਸੀਂ ਆਪਣੇ ਆਪ ਬਿਨਾਂ ਦਵਾਈ ਤੋਂ ਠੀਕ ਕਰ ਸਕਦੇ ਹੋ ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਦੇ ਹੋ। ਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਇਹਦੇ ਤੋਂ ਕਾਫੀ ਫਾਇਦਾ ਹੋਇਆ ਹੋਏਗਾ। ਤੇ ਸ਼ੁਕਰੀਆ। ਅਗਰ ਕੋਈ ਕੁਐਸਚਨ ਹੋਏਗਾ ਤੇ ਮੋਸਟ ਵੈਲਕਮ। ਥੈਂਕ ਯੂ ਵੈਰੀ ਮਚ। ਜੀ ਸਰ, ਥੈਂਕ ਯੂ ਵੈਰੀ ਮਚ ਫॉर योर ਟਾਈਮ ਐਂਡ ਫॉर योर ਇਨਫੋਰਮੇਸ਼ਨ। ਹੋਪ ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਸਮਝ ਸਹੀ ਤਰੀਕੇ ਨਾਲ ਆ ਗਈ ਕਿ ਹਾਊ ਵੀ ਟ੍ਰੀਟ ਜਿਹੜਾ ਰਿਊਮੇਟੋਇਡ ਆਰਥਰਾਈਟਿਸ ਹੈਗਾ ਨੈਚੁਰਲੀ ਕਿੱਦਾਂ, ਔਰ ਕੀ ਡਿਫਰੈਂਸ ਹੈਗਾ ਸਿੰਪਲ ਗਠੀਏ ਤੇ ਜਿਹੜਾ ਅੱਜ ਅਸੀਂ ਇਸ ਬਾਰੇ ਗੱਲ ਕੀਤੀ ਆ ਉਹ ਵੀ। ਤੇ ਜਿਹੜੇ ਕੁਝ ਕੁਐਸਚਨਸ ਰਹਿ ਗਏ ਹੈ ਤੇ ਜਿਨ੍ਹਾਂ ਨੇ ਸਾਨੂੰ ਨਹੀਂ ਜੁਆਇਨ ਕੀਤਾ, ਉਹ ਇਹਦੀ ਰਿਕਾਰਡਿੰਗ ਜਿਹੜੀ ਆ ਉਹ ਵੱਧ ਤੋਂ ਵੱਧ ਸ਼ੇਅਰ ਕਰਨ ਜਿਨ੍ਹਾਂ ਨੂੰ, ਕਿਉਂਕਿ YouTube ਤੇ ਅਪਲੋਡ ਹੋ ਜਾਂਦੀ ਆ ਡਾਕਟਰ ਸਾਹਿਬ ਦੇ ਖੁਦ ਦੇ ਚੈਨਲ ਤੇ ਵੀ, ਡਾਕਟਰ ਜਗਤਜੀਤ ਵਿਰਕ ਤੇ, ਔਰ ਦਾ ਹਰਬਲ ਅਰਥ ਦੇ ਚੈਨਲ ਤੇ ਵੀ ਤੁਹਾਨੂੰ YouTube ਤੇ ਮਿਲ ਜਾਣੀਆਂ ਹੈਗੀਆਂ। ਸੋ ਕੋਸ਼ਿਸ਼ ਕਰੋ ਕਿ ਜਿਹੜੇ ਰਿਕਾਰਡਿੰਗਸ ਸੁਣਦੇ ਹੈਗੇ ਉਹ ਸ਼ੇਅਰ ਵੀ ਕਰਨ ਤਾਂ ਕਿ ਵੱਧ ਤੋਂ ਵੱਧ ਨੈਚੁਰਲ ਟ੍ਰੀਟਮੈਂਟ ਜਿਹੜਾ ਹੈ ਲੋਕਾਂ ਤੱਕ ਪਹੁੰਚਾ ਸਕੀਏ। ਸੋ ਇਹਦੇ ਹੋਰ ਵੀ ਬਹੁਤ ਸਾਰੇ ਜਿਹੜੇ ਤਰੀਕੇ ਡਾਕਟਰ ਸਾਹਿਬ ਨੇ ਦੱਸੇ ਹੈਗੇ ਆ ਆਪਣੇ ਲਾਈਫ ਸਟਾਈਲ ਨੂੰ ਨੈਚੁਰਲ ਕਰਨ ਲਈ, ਉਹਨੂੰ ਅਪਣਾਉਣ ਦੀ ਕੋਸ਼ਿਸ਼ ਕਰੋ, ਟਰਾਈ ਕਰੋ ਹੌਲੀ ਹੌਲੀ ਜਿਹੜਾ ਆਪ ਹੀ ਤੁਸੀਂ ਇਸ ਚੀਜ਼ ਦੇ ਜਿਹੜੇ ਰੈਗੂਲਰ ਐਡਿਕਸ਼ਨ ਵਿਦ ਨੈਚੁਰੋਪੈਥੀ ਹੋਈ ਜਾਣਾ ਹੈਗਾ। ਸੋ ਡਾਕਟਰ ਸਾਹਿਬ ਦਾ ਆਪਾਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਅੱਜ ਦੀ ਇਨਫੋਰਮੇਸ਼ਨ ਲਈ। ਥੈਂਕ ਯੂ ਡਾਕਟਰ ਸਾਹਿਬ। ਸ਼ੁਕਰੀਆ। ਐਂਡ ਗੁੱਡ ਇਵਨਿੰਗ ਟੂ ਆਲ ਆਫ ਯੂ ਐਂਡ ਗੁੱਡ ਮਾਰਨਿੰਗ ਡਾਕਟਰ ਸਾਹਿਬ। ਗੁੱਡ ਬਾਏ। ਜੀ ਮਿਲਦੇ ਹਾਂ ਇੱਕ ਬਹੁਤ ਵਧੀਆ ਔਰ ਅੱਛੇ ਔਰ ਨੌਲੇਜੇਬਲ ਟੌਪਿਕ ਲੈ ਕੇ ਫਿਰ ਤੋਂ ਨੈਕਸਟ ਸੰਡੇ 8:30 PM onwards ਤੇ ਬੀ ਰੈਡੀ ਫॉर द नेक्स्ट संडे। थैंक यू वेरी मच।